ਹਰਿਆਣਾ ਦੇ ਸੀਐਮ ਕਹਿ ਰਿਹਾ ਕਿ ਅਸੀਂ ਜੋ ਹੈ ਮਸਲਾ ਹੱਲ ਕਰਵਾਇਆ, ਉਹ ਦਾਅਵਾ ਕਰ ਰਹੇ ਆ। ਐਫਰਟ ਸਾਰਿਆਂ ਦਾ ਹੁੰਦਾ ਹੈ। ਕ੍ਰੈਡਿਟ ਵਾਰ 'ਚ ਮੈਂ ਬਿਲਕੁਲ ਪੈਣਾ ਨਹੀਂ ਚਾਹੁੰਦਾ, ਪਰ ਇਸ ਗੱਲ 'ਚ ਬਿਲਕੁਲ ਦੋ ਰਾਏ ਨਹੀਂ ਹੈ ਵੀ ਸਭ ਤੋਂ ਪਹਿਲਾਂ ਐਫਰਟ ਸਾਡੇ ਸੀਐਮ ਨੇ ਕਰੇ, ਕਿਸਾਨ ਜਥੇਬੰਦੀਆਂ ਨੇ ਕਰੇ। ਡਿਸਕ੍ਰੈਡਿਟ ਵੀ ਉਹਨਾਂ ਦਾ ਹੀ ਸੀ ਜਿਨ੍ਹਾਂ ਨੇ 10 ਦਿਨ ਇਹ ਡਿਲੇ ਕਰਕੇ 2 ਦਿਨ ਕਿਸਾਨਾਂ ਨੂੰ ਸੜਕਾਂ ਤੇ ਆਉਣ ਨੂੰ ਮਜਬੂਰ ਕੀਤਾ। ਇਹ ਮਜ਼ਾਕ ਨਹੀਂ ਹੈ ਸਾਹਿਬ। ਪਹਿਲਾਂ ਤੁਸੀਂ ਆਪ ਚਿੱਠੀ ਲਿਖਦੇ ਹੋ ਵੀ ਮਾਸਟਰ ਕੰਟੈਂਟ ਜ਼ਿਆਦਾ ਹੈ ਤੇ ਉਹਨਾਂ ਕੋਲੋਂ ਆਰਬਿਟਰੀ ਫੈਸਲਾ ਕਰਵਾ ਦਿੰਦੇ ਹੋ ਵੀ 11 ਤਰੀਕ ਨੂੰ ਕਰਾਂਗੇ। 10 ਦਿਨ ਪਿੱਛੋਂ ਜਿਹੜੇ ਕਿਸਾਨ ਫਸਲਾਂ ਲੈ ਕੇ ਮੰਡੀਆਂ 'ਚ ਆ ਕੇ ਬੈਠ ਗਏ, ਉਹਨਾਂ ਦਾ ਕੀ ਕਸੂਰ? ਉਹਨਾਂ ਦੀ 10 ਦਿਨ ਫਸਲ ਕੌਣ ਸਾਂਭੇਗਾ? ਮੰਡੀਆਂ ਦੇ ਅਗਲੇ ਪ੍ਰਬੰਧ ਕੀ ਕੀਤੇ ਗਏ ਨੇ? ਤੁਸੀਂ ਦੌਰਾ ਕੀਤਾ ਮੰਡੀਆਂ? ਸਾਡੇ ਸਾਰੇ ਪ੍ਰਬੰਧ ਪੂਰੇ ਹੈ। ਜਿੱਥੇ ਜਿੱਥੇ ਫਸਲ ਆ ਚੁੱਕੀ ਹੈ ਸਾਰਿਆਂ ਨੂੰ ਡਾਇਰੈਕਸ਼ਨਾਂ ਡੀਸੀ ਸਾਹਿਬਾਨਾਂ ਨੂੰ, ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਔਰ ਫੂਡ ਦੇ ਅਧਿਕਾਰੀਆਂ ਨੂੰ ਦਿੱਤੀਆਂ ਜਾ ਚੁੱਕੀਆਂ। ਕੱਲ ਤੋਂ ਅਸੀਂ ਖੇਤੀ ਕਾਨੂੰਨਾਂ ਨਾਲ ਜੋੜ ਕੇ ਦੇਖਦੇ ਹੋ ਇਸ ਮਸਲੇ ਨੂੰ ਕਿ ਡਿਲੇ ਕੀਤਾ ਗਿਆ, ਕਿਉਂ ਕੀਤਾ ਗਿਆ? ਕ੍ਰੈਡਿਟ ਵਾਰ ਦਾ ਟਾਈਮ ਨਹੀਂ ਹੈ। ਅੱਜ 10 ਲੱਖ ਕਿਸਾਨਾਂ ਦੀ ਜਿਨ੍ਹਾਂ ਦੀ ਮਿਹਨਤ ਦੀ ਫਸਲ ਅੱਜ ਮੰਡੀਆਂ 'ਚ ਆਣੀ ਹੈ, ਉਹ ਉਸ ਫਸਲ ਦਾ ਸਵਾਲ ਹੈ, ਉਸ ਕਿਸਾਨ ਦੀ ਮਿਹਨਤ ਦਾ ਸਵਾਲ ਹੈ। ਡੈਫਰ ਵੀ ਹਰਿਆਣਾ ਚੀਫ ਮਿਨਿਸਟਰ ਦੇ ਡੀਓ ਲੈਟਰ ਤੇ ਹੋਇਆ ਸੀ। ਫਿਰ ਮੈਂ ਉਹ ਡੀਓ ਲੈਟਰ ਤੁਹਾਨੂੰ ਪੇਸ਼ ਕਰ ਸਕਦਾ ਹਾਂ। ਇਹ ਜਿਹੜੇ ਅੰਦਰ ਬੈਠੇ ਉਹਨਾਂ ਦੇ ਪ੍ਰਬੰਧ ਨਹੀਂ ਪੂਰੇ ਤੇ ਉਹਨਾਂ ਨੇ ਸਭ ਪੰਜਾਬ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਕੇਂਦਰ ਸਰਕਾਰ ਦੇ ਵੱਲੋਂ ਕੱਲ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਣੀ ਹੈ। ਸਾਡੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੁੜੇ ਨੇ। ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਆਸ਼ੂ ਜੀ, ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਆਖ ਦਿੱਤਾ ਕਿ ਕੱਲ ਤੋਂ ਖਰੀਦ ਸ਼ੁਰੂ ਕੀਤੀ ਜਾਊਗੀ, ਪੰਜਾਬ ਸਰਕਾਰ ਦੇ ਵੱਲੋਂ ਤਿਆਰੀਆਂ ਮੁਕੰਮਲ ਨੇ? ਸਰ ਪੂਰੀ ਤਿਆਰੀ ਮੁਕੰਮਲ ਸਾਡੇ ਵੱਲੋਂ ਸੀਗੀ। ਅਸੀਂ 1 ਤਰੀਕ ਤੋਂ ਖਰੀਦ ਸ਼ੁਰੂ ਕੀਤੀ ਜਾਣੀ ਸੀ ਸਾਡੇ ਵੱਲੋਂ ਜੀ। ਲਾ ਚੁੱਕੀ ਸੀਗੀ ਬੋਰੀਆਂ ਦਾ ਪੂਰੀਆਂ ਮੰਡੀ ਅਰੇਂਜਮੈਂਟ, ਪੂਰੇ ਸਾਡੇ ਸ਼ੈਲਰ ਔਰ ਮੰਡੀਆਂ ਦੀ ਲਿੰਕੇਜ, ਏਜੰਸੀਆਂ ਦੀ ਅਲਾਟਮੈਂਟ ਅਸੀਂ ਸਭ ਕੁਝ ਕਰ ਚੁੱਕੇ ਸੀ। ਪਰ ਸ਼ਾਮ ਨੂੰ 6-6:30 ਵਜੇ ਇੱਕ ਲੈਟਰ ਆ ਜਾਂਦੀ ਹੈ ਬਗੈਰ ਸਟੇਟਾਂ ਨਾਲ ਡਿਸਕਸ ਕੀਤੇ ਵੀ ਤੁਹਾਡੀ ਪ੍ਰੋਕਿਉਰਮੈਂਟ ਡੈਫਰ ਕੀਤੀ ਹੈ। ਉਹਦੇ ਨਾਲ ਕਾਫੀ ਹਲਚਲ ਹੋ ਗਈ। ਸਾਡੇ ਸੀਐਮ ਸਰਦਾਰ ਚਰਨਜੀਤ ਚੰਨੀ ਉਹਨਾਂ ਨੇ ਬੜਾ ਟਾਈਮਲੀ ਐਫਰਟ ਲਿਆ। ਉੱਥੇ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲੇ ਕੱਲ, ਉਹਨਾਂ ਨੂੰ ਰਿਕੁਐਸਟ ਕਰੀ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਬੜਾ ਪੋਜ਼ਿਟਿਵ ਰਿਸਪੌਂਡ ਕਰਿਆ। ਅੱਜ ਦੂਸਰੇ ਚੀਫ ਮਿਨਿਸਟਰ ਨੂੰ ਵੀ ਜਾਣਾ ਪਿਆ ਜਦੋਂ ਉਹਨਾਂ ਨੇ ਰੋਹ ਦੇਖਿਆ ਸਾਰੇ ਕਿਸਾਨ ਜਥੇਬੰਦੀਆਂ ਦਾ। ਤੇ ਕਿਸਾਨ ਜਥੇਬੰਦੀਆਂ ਦਾ ਵੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਿਲਕੁਲ ਐਜੀਟੇਟ ਕਰਕੇ ਸੈਂਟਰ ਗਵਰਨਮੈਂਟ ਨੂੰ ਇਹ ਇੱਕ ਸਹੀ ਫੈਸਲਾ ਲੈਣ ਤੇ ਮਜਬੂਰੀ ਕਰ ਦਿੱਤਾ। ਪਰ ਮੈਂ ਜਿੱਥੇ ਐਪਰੀਸ਼ੀਏਟ ਕਰੂੰਗਾ ਚੰਨੀ ਸਾਹਿਬ ਦੇ ਕਦਮ ਨੂੰ, ਉੱਥੇ ਹੀ ਮੈਂ ਧੰਨਵਾਦ ਕਰੂੰਗਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਜਿਨ੍ਹਾਂ ਨੇ ਇਮੀਡੀਏਟ ਇਹਦੇ 'ਚ ਇੰਟਰਵੀਨ ਕਰਕੇ ਇਹ ਫੈਸਲਾ ਠੀਕ ਕਰਵਾਇਆ। ਕੱਲ ਤੋਂ ਪ੍ਰੋਕਿਉਰਮੈਂਟ ਸ਼ੁਰੂ ਹੋਣ ਜਾ ਰਹੀ ਹੈ। ਸਾਡੇ ਸਾਰੇ ਪ੍ਰਬੰਧ ਪੂਰੇ ਹੈ। ਜਿੱਥੇ ਜਿੱਥੇ ਫਸਲ ਆ ਚੁੱਕੀ ਹੈ ਸਾਰਿਆਂ ਨੂੰ ਡਾਇਰੈਕਸ਼ਨਾਂ ਡੀਸੀ ਸਾਹਿਬਾਨਾਂ ਨੂੰ, ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਔਰ ਫੂਡ ਦੇ ਅਧਿਕਾਰੀਆਂ ਨੂੰ ਦਿੱਤੀਆਂ ਜਾ ਚੁੱਕੀਆਂ। ਕੱਲ ਤੋਂ ਅਸੀਂ ਖਰੀਦ ਸ਼ੁਰੂ ਕਰਨ ਜਾ ਰਹੇ ਹਾਂ ਜੀ। ਆਸ਼ੂ ਜੀ, ਜਿਸ ਤਰੀਕੇ ਨਾਲ ਤੁਸੀਂ ਆਖਿਆ ਕਿ ਸੀਐਮ ਚੰਨੀ ਜਾ ਕੇ ਮਿਲਦੇ ਨੇ ਪੀਐਮ ਨੂੰ, ਉਸ ਤੋਂ ਬਾਅਦ ਉਹਨਾਂ ਨੇ ਅਪੀਲ ਸੁਣੀ ਹੈ, ਪਰ ਹਰਿਆਣਾ ਦੇ ਸੀਐਮ ਕਹਿ ਰਿਹਾ ਕਿ ਅਸੀਂ ਜੋ ਹੈ ਮਸਲਾ ਹੱਲ ਕਰਵਾਇਆ, ਉਹ ਦਾਅਵਾ ਕਰ ਰਹੇ ਆ। ਕੀ ਕਹੋਗੇ ਉਹਨਾਂ ਨੂੰ? ਸਰ ਐਫਰਟ ਸਾਰਿਆਂ ਦਾ ਹੁੰਦਾ ਹੈ। ਕ੍ਰੈਡਿਟ ਵਾਰ 'ਚ ਮੈਂ ਬਿਲਕੁਲ ਪੈਣਾ ਨਹੀਂ ਚਾਹੁੰਦਾ, ਪਰ ਇਸ ਗੱਲ 'ਚ ਬਿਲਕੁਲ ਦੋ ਰਾਏ ਨਹੀਂ ਹੈ ਵੀ ਸਭ ਤੋਂ ਪਹਿਲਾਂ ਐਫਰਟ ਸਾਡੇ ਸੀਐਮ ਨੇ ਕਰੇ, ਕਿਸਾਨ ਜਥੇਬੰਦੀਆਂ ਨੇ ਕਰੇ। ਉਸ ਤੋਂ ਬਾਅਦ ਜੇ ਮੈਂ ਇਹ ਤੁਹਾਨੂੰ ਕਹਿ ਦਿਆਂ ਵੀ ਇਹ ਡੈਫਰ ਵੀ ਹਰਿਆਣਾ ਚੀਫ ਮਿਨਿਸਟਰ ਦੇ ਡੀਓ ਲੈਟਰ ਤੇ ਹੋਇਆ ਸੀ। ਫਿਰ ਮੈਂ ਉਹ ਡੀਓ ਲੈਟਰ ਤੁਹਾਨੂੰ ਪੇਸ਼ ਕਰ ਸਕਦਾ ਹਾਂ। ਇਹ ਜਿਹੜੇ ਅੰਦਰ ਬੈਠੇ ਉਹਨਾਂ ਦੇ ਪ੍ਰਬੰਧ ਨਹੀਂ ਪੂਰੇ ਤੇ ਉਹਨਾਂ ਨੇ ਸਭ ਪੰਜਾਬ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਜੇ ਮੈਂ ਇਹ ਇਲਜ਼ਾਮ ਲਗਾ ਦਿਆਂ ਉਹਨਾਂ ਤੇ, ਇਹ ਕ੍ਰੈਡਿਟ ਵਾਰ ਦਾ ਟਾਈਮ ਨਹੀਂ ਹੈ। ਅੱਜ 10 ਲੱਖ ਕਿਸਾਨਾਂ ਦੀ ਜਿਨ੍ਹਾਂ ਦੀ ਮਿਹਨਤ ਦੀ ਫਸਲ ਅੱਜ ਮੰਡੀਆਂ 'ਚ ਆਣੀ ਹੈ, ਉਹ ਉਸ ਫਸਲ ਦਾ ਸਵਾਲ ਹੈ, ਉਸ ਕਿਸਾਨ ਦੀ ਮਿਹਨਤ ਦਾ ਸਵਾਲ ਹੈ। ਅਸੀਂ ਕਹਿੰਦੇ ਹਾਂ ਸਾਰੀ ਕ੍ਰੈਡਿਟ ਉਹਨਾਂ ਨੂੰ ਦੇ ਦਿਓ, ਤੇ ਡਿਸਕ੍ਰੈਡਿਟ ਵੀ ਉਹਨਾਂ ਦਾ ਹੀ ਸੀ ਜਿਨ੍ਹਾਂ ਨੇ 10 ਦਿਨ ਇਹ ਡਿਲੇ ਕਰਕੇ 2 ਦਿਨ ਕਿਸਾਨਾਂ ਨੂੰ ਸੜਕਾਂ ਤੇ ਆਉਣ ਨੂੰ ਮਜਬੂਰ ਕੀਤਾ। ਇਹ ਮਜ਼ਾਕ ਨਹੀਂ ਹੈ ਸਾਹਿਬ। ਅੱਜ ਤਾਈਂ ਨਹੀਂ ਫੈਸਲਾ ਹੋਇਆ ਕਦੀ ਇਹਨੂੰ ਪੋਸਟਪੋਨ ਕਰਨ ਦਾ। ਪ੍ਰੀਪੋਨ ਤਾਂ ਬੜੀ ਵਾਰ ਕਰਨਾ ਪਿਆ ਬਈ ਚਲੋ ਫਸਲ ਜਲਦੀ ਚੱਕ ਲਓ। ਆ ਪਹਿਲੀ ਵਾਰ ਸੀ ਮੰਦਭਾਗਾ ਫੈਸਲਾ ਸੀਗਾ ਜਿਹੜਾ ਪੋਸਟਪੋਨ ਕਰਨਾ ਪਿਆ। ਪਰ ਮੈਂ ਦੇਰ ਆਏ ਦਰੁਸਤ ਆਏ, ਸਾਰਿਆਂ ਦਾ ਧੰਨਵਾਦ। ਕੋਈ ਇਹੋ ਜਿਹੀ ਫੀਲਿੰਗ ਨਹੀਂ ਕਿਸੇ ਦੇ ਵੀ ਮਨ 'ਚ। ਅਸੀਂ ਅੱਗੋਂ ਵੀ ਰਲ ਕੇ ਕੰਮ ਕਰਨਾ ਆ, ਸੈਂਟਰ ਗਵਰਨਮੈਂਟ ਨਾਲ ਰਲ ਕੇ ਕੰਮ ਕਰਨਾ ਆ। ਸੈਂਟਰ ਗਵਰਨਮੈਂਟ ਨੇ ਇਸ ਗੱਲ ਦੀ ਗਹਿਰਾਈ ਨੂੰ ਸਮਝਿਆ, ਗੰਭੀਰਤਾ ਨੂੰ ਸਮਝਿਆ ਤੇ ਫੈਸਲੇ ਨੂੰ ਦਰੁਸਤ ਕੀਤਾ। ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ, ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਦਾ। ਤੇ ਮੈਂ ਸ਼ਲਾਘਾ ਕਰੂੰਗਾ ਆਪਣੇ ਸੀਐਮ ਦੀ ਜਿਨ੍ਹਾਂ ਨੇ ਟਾਈਮਲੀ ਇੰਟਰਵੀਨ ਕੀਤਾ
ਤੇ ਨਾਲ ਦੀ ਨਾਲ ਸ਼ਲਾਘਾ ਕਰੂੰਗਾ ਵੀ ਖੱਟਰ ਸਾਹਿਬ ਤੁਸੀਂ ਵੀ ਦੇਰ ਆਏ ਦਰੁਸਤ ਆਏ, ਤੁਸੀਂ ਵੀ ਚਿੱਠੀ ਫਟਾਫਟ ਲਿਖ ਦਿੱਤੀ ਵੀ ਮੋਇਸਚਰ ਕੰਟੈਂਟ ਬਹੁਤ ਜ਼ਿਆਦਾ ਹੈ। ਉਹ ਚਿੱਠੀ ਮੇਰੇ ਕੋਲ ਹਾਜ਼ਰ ਹੈ, ਜਦੋਂ ਵੀ ਚਾਹੋਗੇ ਮੈਂ ਦਿਖਾ ਦਿਆਂ ਜੀ। ਤਾਂ ਆਸ਼ੂ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਵੱਲੋਂ ਹਰਿਆਣਾ ਦੇ ਸੀਐਮ ਕ੍ਰੈਡਿਟ ਵਾਰ ਕਰਨਾ ਚਾਹੁੰਦੇ ਆ, ਕੀ ਕਹੋਗੇ ਉਹਨਾਂ ਨੂੰ ਫਿਰ? ਇਹ ਕ੍ਰੈਡਿਟ ਵਾਰ ਚਾਹੀਦੀ ਨਹੀਂ। ਇਹ ਇਹੋ ਜਿਹਾ ਕਿਹੜੀ ਚੀਜ਼ ਲੈ ਆਏ ਤੁਸੀਂ ਉਹਨਾਂ ਕੋਲੋਂ? ਪਹਿਲਾਂ ਤੁਸੀਂ ਆਪ ਚਿੱਠੀ ਲਿਖਦੇ ਹੋ ਵੀ ਮਾਸਟਰ ਕੰਟੈਂਟ ਜ਼ਿਆਦਾ ਹੈ ਤੇ ਉਹਨਾਂ ਕੋਲੋਂ ਆਰਬਿਟਰੀ ਫੈਸਲਾ ਕਰਵਾ ਦਿੰਦੇ ਹੋ ਵੀ 11 ਤਰੀਕ ਨੂੰ ਕਰਾਂਗੇ। 10 ਦਿਨ ਪਿੱਛੋਂ ਜਿਹੜੇ ਕਿਸਾਨ ਫਸਲਾਂ ਲੈ ਕੇ ਮੰਡੀਆਂ 'ਚ ਆ ਕੇ ਬੈਠ ਗਏ, ਉਹਨਾਂ ਦਾ ਕੀ ਕਸੂਰ? ਉਹਨਾਂ ਦੀ 10 ਦਿਨ ਫਸਲ ਕੌਣ ਸਾਂਭੇਗਾ? ਤੇ ਜਿਹੜੇ ਪਿੱਛੋਂ ਦੀ ਕੱਟੀ ਬੈਠੇ ਆਪਣੇ ਖੇਤਾਂ 'ਚ, ਉਹਨਾਂ ਦਾ ਕੀ ਕਸੂਰ? ਉੱਤੋਂ ਮੌਸਮ ਦਾ ਕੁਝ ਨਹੀਂ ਪਤਾ। ਸਾਰੇ ਮਜ਼ਾਕ ਨਹੀਂ ਹੈ ਕਿਸਾਨਾਂ ਦੇ ਨਾਲ। ਇਹਦੇ 'ਚ ਕਾਹਦਾ ਕ੍ਰੈਡਿਟ? ਅਸੀਂ ਕੋਈ ਕ੍ਰੈਡਿਟ ਲੈਣ ਨੂੰ ਤਿਆਰ ਨਹੀਂ। ਅਸੀਂ ਚਾਹੁੰਦੇ ਹਾਂ ਵੀ ਪ੍ਰਮਾਤਮਾ ਕਰੇ ਮੌਸਮ ਸਾਥ ਦੇਵੇ। ਕਿਸਾਨਾਂ ਨੇ 6 ਮਹੀਨੇ ਮਿਹਨਤ ਕਰਕੇ ਪੁੱਤਾਂ ਵਾਂਗੂ ਪਾਲੀ ਫਸਲ ਲਿਆਂਦੀ ਹੈ। ਅਸੀਂ ਉਹ ਫਸਲ ਨੂੰ ਪ੍ਰਕਿਉਰ ਕਰਨਾ ਹੈ, ਉਹਦਾ ਵਾਜਬ ਮੁੱਲ ਉਹਨਾਂ ਦੇ ਖਾਤਿਆਂ 'ਚ ਇਮੀਡੀਏਟ ਪਹੁੰਚਾਉਣਾ। ਸਾਡਾ ਫੋਕਸ ਉਹਦੇ ਤੇ ਹੈ ਤੇ ਅਸੀਂ ਤਿਆਰ ਬੈਠੇ ਹਾਂ। ਤਾਂ ਆਸ਼ੂ ਜੀ, ਮੰਡੀਆਂ ਦੇ ਅਗਲੇ ਪ੍ਰਬੰਧ ਕੀ ਕੀਤੇ ਗਏ ਨੇ? ਤੁਸੀਂ ਦੌਰਾ ਕੀਤਾ ਮੰਡੀਆਂ ਦਾ? ਬਕਾਇਦਾ ਤੌਰ ਤੇ ਦੌਰੇ ਚੱਲ ਰਹੇ ਆ ਜੀ। ਸਾਰੀਆਂ ਸਾਡੀਆਂ ਪ੍ਰਕਿਉਰਿੰਗ ਏਜੰਸੀਆਂ, ਸਾਡੇ ਮੰਡੀ ਬੋਰਡ, ਮੰਡੀਆਂ ਦੀ ਤਾਦਾਦ ਇਸ ਵਾਰ ਵੀ ਥੋੜੀ ਜਿਹੀ ਵਧਾਈ ਗਈ ਹੈ ਤਾਂ ਕਿ ਕੋਈ ਗਲਤ ਨਾ ਆਵੇ। ਥੋੜਾ ਜਿਹਾ ਤੀਸਰੀ ਲਹਿਰ ਦੇ ਜਿਹੜੇ ਖਦਸ਼ੇ ਆ, ਅਸੀਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਆਪਣੇ ਇੰਤਜ਼ਾਮ ਪੂਰੇ ਕੀਤੇ ਹੋਏ ਆ। ਜਿੱਥੇ ਮੰਡੀਆਂ ਦੇ ਇੰਤਜ਼ਾਮ ਪੂਰੇ ਕੀਤੇ ਆ, ਜਿਹੜੇ ਪ੍ਰਕਿਉਰਮੈਂਟ ਦੇ ਇਨਸੀਡੈਂਟਲ ਸੀ ਅਸੀਂ ਸਾਰੇ ਪੂਰੇ ਕਰਕੇ ਰੱਖੇ ਹੋਏ ਆ। ਕਵਰਜ਼, ਸਾਡੀਆਂ ਬੋਰੀਆਂ ਦੀ ਹਮੇਸ਼ਾ ਤੋਂ ਪਿਛਲੇ ਸਾਲ 1.5 ਸਾਲ ਤੋਂ ਚਲਦੀ ਪਈ ਹੈ ਘਾਟ ਸਾਰੇ ਹਿੰਦੁਸਤਾਨ ਦੇ ਵਿੱਚ। ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਕਿਤੇ ਵੀ ਕੋਈ ਮੁਸ਼ਕਿਲ ਨਾ ਆਵੇ ਬੋਰੀਆਂ ਕਰਕੇ, ਜਿਵੇਂ ਪਿਛਲੇ ਪ੍ਰੋਕਿਉਰਮੈਂਟ ਸੀਜ਼ਨ 'ਚ ਕਿਤੇ ਦੇਖਣ ਨੂੰ ਮਿਲੀ ਸੀਗੀ। CCL ਸਾਡੀ ਅੱਜ ਤੋਂ 4 ਦਿਨ ਪਹਿਲਾਂ ਦੀ ਆਈ ਹੋਈ ਹੈ 35,000 ਕਰੋੜ ਦੀ। ਕਿਸੇ ਨੂੰ ਵੀ ਕਿਤੇ ਕੋਈ ਮੁਸ਼ਕਿਲ ਨਹੀਂ ਆਣ ਦਿੱਤੀ ਜਾਏਗੀ। ਸਾਡਾ ਟਰਾਂਸਪੋਰਟੇਸ਼ਨ ਸਿਸਟਮ ਸਾਰਾ ਠੀਕ ਹੈ। ਸਾਡੇ ਸਾਰੇ ਸ਼ੈਲਰ ਵਾਲੇ ਤਿਆਰ ਬੈਠੇ ਆ। ਜਿੱਥੇ ਜਿੱਥੇ ਫਸਲ ਆਂਦੀ ਜਾਏਗੀ ਅਸੀਂ ਚੱਕ ਕੇ ਸ਼ੈਲਰਾਂ 'ਚ ਲਗਾਉਂਦੇ ਜਾਵਾਂਗੇ ਜੀ। ਤਾਂ ਆਸ਼ੂ ਜੀ, ਤੁਸੀਂ ਕਿਹਾ ਕਿ ਡਿਲੇ ਕੀਤਾ ਗਿਆ, ਇਸ ਵਾਰ ਪਹਿਲੀ ਵਾਰੀ ਹੋਇਆ। ਕੀ ਲੱਗਦਾ ਜਾਣਬੁੱਝ ਕੇ ਡਿਲੇ ਕੀਤਾ ਗਿਆ ਸੀ ਸਰਕਾਰ ਦੇ ਵੱਲੋਂ? ਇੱਕ ਪਾਸੇ ਇਲਜ਼ਾਮ ਨਹੀਂ ਲਗਾਵਾਂਗਾ ਜੀ। ਮੈਂ ਅੱਜ ਇਹ ਕਹੂੰਗਾ ਵੀ ਦੇਰ ਆਏ ਦਰੁਸਤ ਆਏ। ਅਸੀਂ 1 ਤਰੀਕ ਤੋਂ ਸ਼ੁਰੂ ਕਰਨ ਜਾ ਰਹੇ ਸੀਗੇ, ਚਲੋ ਹੁਣ ਅਸੀਂ 3 ਤੋਂ ਸ਼ੁਰੂ ਕਰ ਰਹੇ ਹਾਂ। ਕਿਸਾਨਾਂ ਨੂੰ ਜ਼ਿਆਦਾ ਦੁੱਖ ਨਹੀਂ ਝੇਲਣਾ ਪਏਗਾ। ਖੇਤੀ ਕਾਨੂੰਨਾਂ ਨਾਲ ਜੋੜ ਕੇ ਦੇਖਦੇ ਹੋ ਇਸ ਮਸਲੇ ਨੂੰ ਕਿ ਡਿਲੇ ਕੀਤਾ ਗਿਆ, ਕਿਉਂ ਕੀਤਾ ਗਿਆ? ਮੈਂ ਉਹਦੇ ਨਾਲ ਨਹੀਂ ਜੋੜਾਂਗਾ, ਪਰ ਇਹ ਇੱਕ ਬੜਾ ਮੰਦਭਾਗਾ ਫੈਸਲਾ ਸੀਗਾ। ਕਿਸ ਲੈਵਲ ਤੇ ਹੋਇਆ, ਕਿਉਂ ਹੋਇਆ, ਇਹਦੇ ਵਿੱਚ ਜਾਵਾਂਗੇ, ਇੱਕ ਦੂਸਰੇ ਤੇ ਦੋਸ਼ ਆਰੋਪਣ ਕਰਾਂਗੇ। ਉਹਨਾਂ ਹੀ ਫੋਕਸ ਸਾਡਾ ਹੋਣਾ ਚਾਹੀਦਾ ਵੀ ਪ੍ਰਕਿਉਰਮੈਂਟ ਅਸੀਂ ਕਿਸ ਤਰੀਕੇ ਵਧੀਆ ਤੋਂ ਵਧੀਆ ਤਰੀਕੇ ਨਾਲ ਕਰ ਸਕੀਏ। ਪੰਜਾਬ ਸਰਕਾਰ ਦੇ ਵੱਲੋਂ ਆਪਣੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਆ ਕੱਲ ਦੀ ਖਰੀਦ ਨੂੰ ਲੈ ਕੇ? ਬਿਲਕੁਲ, ਸਾਰਿਆਂ ਨੂੰ, ਸਾਰੇ DCs ਨੂੰ, SDMs ਨੂੰ, ਸਾਡੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ, ਫੂਡ ਏਜੰਸੀਜ਼ ਦੇ ਸਾਰੇ ਅਧਿਕਾਰੀਆਂ ਨੂੰ, ਫੂਡ ਦੇ ਸਾਰੇ ਅਧਿਕਾਰੀਆਂ ਨੂੰ, ਸਭ ਨੂੰ ਜਿੱਥੇ ਆਦੇਸ਼ ਦਿੱਤੇ ਗਏ, ਔਰ ਖਾਸ ਤੌਰ ਤੇ ਪੁਲਿਸ ਨੂੰ ਆਦੇਸ਼ ਦਿੱਤੇ ਗਏ ਵੀ ਤਾਂ ਕਿ ਬਾਹਰਲੀ ਕੋਈ ਫਸਲ ਬਾਹਰੋਂ ਨਾ ਲਿਆ ਸਕੇ, ਕੋਈ ਬੋਗਸ ਡੀਲਿੰਗ ਨਾ ਹੋ ਸਕੇ। ਅਸੀਂ ਐਗਜ਼ੈਂਪਲਰੀ ਪਨਿਸ਼ਮੈਂਟ ਦਵਾਂਗੇ। 2 FIR ਰਾਤ ਵਿੱਚ ਕੱਟੀਆਂ ਜਾ ਚੁੱਕੀਆਂ ਕਪੂਰਥਲੇ ਤੇ, ਉੱਥੇ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਹੋਰ ਵੀ 5-6 ਜਗ੍ਹਾ ਛਾਪੇਮਾਰੀ ਹੋਣ ਤੋਂ ਬਾਅਦ ਉੱਥੇ ਸਾਨੂੰ ਮਾਲ ਮਿਲਿਆ ਤੇ ਅਸੀਂ ਉਹ ਸ਼ੈਲਰਾਂ ਨੂੰ ਬਲੈਕਲਿਸਟ ਕਰ ਰਹੇ ਹਾਂ ਤੇ ਇਹ ਲਗਾਤਾਰ ਸਾਡਾ ਆਪਰੇਸ਼ਨ ਜਾਰੀ ਰਹੇਗਾ। ਮੈਂ ਸਾਰੇ ਸ਼ੈਲਰ ਵਾਲਿਆਂ ਨੂੰ, ਆੜਤੀ ਸਹਿਬਾਨਾਂ ਨੂੰ ਕਹਾਂਗਾ, ਇਹੋ ਜਿਹੀਆਂ ਗੰਦੀਆਂ ਮਛਲੀਆਂ ਨੂੰ ਪਕੜੋ ਜਿਹੜੇ ਇਹੋ ਜਿਹੀ ਬੋਗਸ ਬਿਲਿੰਗ ਕਰਕੇ ਸਾਰੇ ਇਸ ਆਪਰੇਸ਼ਨ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਨਾਲ ਪੰਜਾਬ ਦਾ ਨਾਮ ਬਿਲਕੁਲ ਖਰਾਬ ਨਾ ਹੋਵੇ। ਜਿਸ ਤਰੀਕੇ ਪੰਜਾਬ ਨੇ ਅੱਗੇ ਵੱਧ ਕੇ ਹਮੇਸ਼ਾ ਹਿੰਦੁਸਤਾਨ ਦੇ ਸਾਰੇ ਲੋਕਾਂ ਦਾ ਢਿੱਡ ਭਰਿਆ ਤੇ ਆਪਣੀ ਸਾਖ ਬਣਾ ਕੇ ਰੱਖੀ ਹੈ, ਉਹ ਸਾਖ ਬਰਕਰਾਰ ਰਹੇ। ਸ਼ੁਕਰੀਆ ਜੀ। ਥੈਂਕ ਯੂ। ਤਾਂ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਸਾਡੇ ਨਾਲ ਜੁੜੇ ਸੀ। ਉਹਨਾਂ ਦਾ ਕਹਿਣਾ ਹੈ ਕਿ ਦੇਰ ਆਏ ਦਰੁਸਤ ਆਏ। ਬੇਸ਼ੱਕ ਕੇਂਦਰ ਸਰਕਾਰ ਨੇ ਪਹਿਲਾਂ ਫੈਸਲਾ ਡਿਲੇ ਕਰ ਦਿੱਤਾ ਸੀ, ਪਰ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਤੇ ਹਰਿਆਣਾ ਦੇ CM ਨੂੰ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਨੂੰ ਕ੍ਰੈਡਿਟ ਵਾਰ 'ਚ ਨਹੀਂ ਪੈਣਾ ਚਾਹੀਦਾਗਾ। ਅਸੀਂ ਕ੍ਰੈਡਿਟ ਲੈਣ ਨਹੀਂ ਤਿਆਰ ਹਾਂ। ਪੰਜਾਬ ਸਰਕਾਰ ਕ੍ਰੈਡਿਟ ਨਹੀਂ ਲਵੇਗੀ, ਪਰ ਉਹਨਾਂ ਨੂੰ ਵੀ ਜੋ ਹੈ ਚਾਹੀਦਾ ਹੈ ਕਿ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਹੋਰ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ TV ਦੇ ਨਾਲ।